ਤੋਂ ਕੱਲਾ 2 ਕਰੋੜ ਨਹੀਂ, ਮੈਂ ਇਹ ਦੱਸਣਾ ਚਾਹੁੰਦਾ ਉਹਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਹੈ। ਔਰ ਜੇ ਮੈਂ ਕਹਾਂ ਕਿ 22 ਲਾ ਦੀਆਂ ਧੱਜੀਆਂ ਰਾਤੀਆਂ ਇਸ ਪ੍ਰਧਾਨ ਨੇ, ਇਸ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਵਿੱਚ ਬਹੁਤ ਸਾਰੇ ਪ੍ਰਧਾਨਾਂ ਨੇ ਕੰਮ ਕੀਤਾ, ਲੇਕਿਨ ਉਹਨਾਂ ਨੇ ਕਦੇ ਵੀ ਜਿਹੜਾ ਸੰਵਿਧਾਨ ਹੈ, ਸੰਵਿਧਾਨ ਦੀਆਂ ਧੱਜੀਆਂ ਨਹੀਂ ਉਡਾਈਆਂ। ਫਿਰ ਬੀਬੀ ਜੀ ਨੇ ਤੁਹਾਡੇ ਇਸ ਕੰਮ ਦੀ ਨਿੰਦਾ ਕਿਉਂ ਕੀਤੀ? ਬੀਬੀ ਜੀ ਨੇ ਫਿਰ ਤੁਹਾਡੇ ਤੇ ਸਵਾਲ ਕਿਉਂ ਖੜੇ ਕੀਤੇ? ਪੂਰੀ ਸਿੱਖ ਕੌਮ ਉਹਨਾਂ ਦੇ ਵੱਲ ਨਜ਼ਰਾਂ ਲਗਾ ਕੇ ਦੇਖ ਰਹੀ ਹੈ ਕਿ ਇਸ ਮੁੱਦੇ ਦੇ ਉੱਤੇ ਜਿਹੜੇ ਸਿੰਘ ਸਾਹਿਬ ਕੋਈ ਨਾ ਕੋਈ ਕੌਮ ਨੂੰ ਸੇਧ ਦੇਣ। ਲੇਕਿਨ ਹੈਰਾਨੀ ਹੈ ਇਸ ਗੱਲ ਦੀ ਕਿ ਜਿਵੇਂ ਰਾਮ ਰਹੀਮ ਨੂੰ ਮਾਫ ਕਰਕੇ ਚੁੱਪੀ ਧਾਰਨ ਕੀਤੀ ਹੋਈ ਸੀਗੀ, ਵੱਡੇ ਵੱਡੇ ਇਸ਼ਤਿਹਾਰ ਦਿੱਤੇ ਗਏ ਸੀਗੇ ਤਾਰੀਫਾਂ ਦੇ ਵਿੱਚ, ਉਸੇ ਤਰੀਕੇ ਦੀ ਚੁੱਪੀ ਜਿਹੜੀ ਹੈ ਇਸ ਮਾਮਲੇ ਦੇ ਉੱਤੇ ਵੀ ਸਾਧੀ ਹੋਈ ਹੈ। ਕਾਨਾਂ ਲਗਾ ਕੇ ਸਿੱਖ ਕੌਮ ਨੂੰ ਇੱਕ ਮੰਗਤਿਆਂ ਦੇ ਰੂਪ ਦੇ ਵਿੱਚ ਪੇਸ਼ ਕਰਨ ਦੀ ਜਿਹੜੀ ਕਿਤੇ ਵੀ ਕੋਈ ਪਰੰਪਰਾ ਨਾ ਹੈਗੀ ਸੀ, ਨਾ ਆਉਣ ਵਾਲੇ ਟਾਈਮ ਦੇ ਵਿੱਚ ਹੋਏਗੀ। ਲੇਕਿਨ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਔਰ ਇਹਨਾਂ ਨੂੰ ਇਸ ਗੱਲ ਦੀ ਸਜ਼ਾ ਜਿਹੜੀ ਹੈ ਭੁਗਤਣੀ ਪਊਗੀ। ਇਹ ਕਿਤੇ ਨਾ ਕਿਤੇ ਇੱਕ ਛੜਯੰਤਰ ਜੋ ਰਾਮ ਰਹੀਮ ਨੂੰ ਮਾਫੀ ਦੇਣ ਦਾ ਕੀਤਾ ਗਿਆ ਸੀ, ਉਸੇ ਤਰੀਕੇ ਦਾ ਛੜਯੰਤਰ ਅਮਿਤਾਭ ਬੱਚਨ ਤੋਂ ਪੈਸਾ ਲੈ ਕੇ, ਕਿਉਂਕਿ 10 ਕਰੋੜ ਰੁਪਇਆ ਪਹਿਲੇ ਲਿਆ, ਉਹਨੂੰ ਛੁਪਾਇਆ ਗਿਆ, ਸਿੱਖ ਕੌਮ ਤੋਂ ਵੀ ਛੁਪਾਇਆ ਗਿਆ ਔਰ ਕਮੇਟੀ ਤੋਂ ਵੀ ਛੁਪਾਇਆ ਗਿਆ। ਇਹ ਬਿਲਕੁਲ ਜਸਟ ਹੁਣੇ ਗੱਡੀ 'ਚ ਆਉਂਦੇ ਹੀ ਮੈਂ ਖਬਰ ਇਹ ਪਤਾ ਲੱਗੀ ਹੈ। ਔਰ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਦੋਸ਼ੀ ਚਾਹੇ ਕੋਈ ਵੀ ਹੋਣ, ਲੇਕਿਨ ਦੋਸ਼ੀ ਜਿਹੜੇ ਅਸਲ ਦੋਸ਼ੀ ਹੈਗੇ ਆ, ਚਾਹੇ ਉਹ ਗੋਲੀकांड ਦਾ ਮਾਮਲਾ ਹੋਵੇ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਹੋਵੇ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਬੁਰਜ ਜਵਾਹਰ ਸਿੰਘ ਵਾਲੇ ਤੋਂ ਚੋਰੀ ਹੋ ਕੇ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਅੰਗਾਂ ਨੂੰ ਰੂੜੀਆਂ ਦੇ ਉੱਤੇ ਖਿਲਾਰਿਆ ਗਿਆ। ਮੈਂ ਕੇਵਲ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਗ੍ਰਿਫਤਾਰੀਆਂ ਪਹਿਲੇ ਵੀ ਕੀਤੀਆਂ ਸੀਗੀਆਂ ਸਿੱਟ ਨੇ, ਲੇਕਿਨ ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਸੀਗੀ, ਤੱਥ ਸੀਗੇ, ਉਹ ਸਾਰਾ ਜਿਹੜਾ ਦੇਸ਼ ਜਾਣਦਾ ਹੈਗਾ। ਕਿਸੇ ਵੀ ਨਜਾਇਜ਼ ਬੰਦੇ ਦੀ ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ, ਲੇਕਿਨ ਜਿਹੜੇ ਅਸਲ ਦੋਸ਼ੀ ਹੈਗੇ ਆ ਗੋਲੀकांड ਦੇ ਪਿੱਛੇ ਔਰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਅੰਗਾਂ ਨੂੰ ਬੇਅਦਬੀ ਕੀਤੀ ਹੈ, ਉਹ ਲੋਕਾਂ ਨੂੰ ਜਿਹੜੀ ਹੈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਮੈਂ ਕੇਵਲ ਇੱਕੋ ਗੱਲ ਕਹਿਣੀ ਚਾਹੁੰਦਾ। ਮੈਂ ਇਹ ਕਹਿ ਸਕਦਾ ਕਿ ਬੜੀ ਸ਼ਰਮਨਾਕ ਗੱਲ ਹੈ ਕਿ ਜਿਹੜੇ 84 ਦੇ ਕਾਤਲ ਔਰ ਅੱਜ ਲਗਭਗ ਸਾਨੂੰ ਤਕਰੀਬਨ 35-36 ਸਾਲ ਇਸ ਲੜਾਈ ਨੂੰ ਲੜਦਿਆਂ ਹੋ ਗਏ ਸਿੱਖ ਕੌਮ ਨੂੰ, ਕਿ 84 ਦੇ ਕਾਤਲਾਂ ਨੂੰ ਜਿਹੜਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭਜਵਾ ਸਕੀਏ ਔਰ ਉਹਨਾਂ ਹਾਲਾਤਾਂ ਦੇ ਵਿੱਚ ਜਾਣ ਬੁੱਝ ਕੇ ਅਮਿਤਾਭ ਬੱਚਨ ਤੋਂ, ਜਿਹਨੇ ਖੂਨ ਕਾ ਬਦਲਾ ਖੂਨ ਦਾ ਨਾਅਰਾ ਦਿੱਤਾ ਇੰਦਰਾ ਗਾਂਧੀ ਦੀ ਲਾਸ਼ ਦੇ ਨਾਲ ਖੜਾ ਹੋ ਕੇ, ਔਰ ਉਸ ਆਦਮੀ ਤੋਂ ਕੱਲਾ 2 ਕਰੋੜ ਨਹੀਂ, ਮੈਂ ਇਹ ਦੱਸਣਾ ਚਾਹੁੰਦਾ ਉਹਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਹੈ। ਉਸ 2 ਕਰੋੜ ਤੋਂ ਪਹਿਲਾਂ ਤਕਰੀਬਨ 10 ਕਰੋੜ ਰੁਪਈਆ ਜਿਹੜਾ ਅਮਿਤਾਭ ਬੱਚਨ ਤੋਂ MRI ਮਸ਼ੀਨ ਔਰ CT ਸਕੈਨ ਮਸ਼ੀਨ ਲਗਾਉਣ ਵਾਸਤੇ ਲਿਆ ਹੈ ਔਰ ਉਸ ਗੱਲ ਨੂੰ ਸੰਗਤ ਤੋਂ ਔਰ ਦਿੱਲੀ ਕਮੇਟੀ ਦੇ ਮੈਂਬਰਾਂ ਨੂੰ ਛੁਪਾਇਆ ਗਿਆ। ਔਰ ਇਹ ਤਾਂ ਮੈਂ ਸਮਝਦਾ ਕਿ ਪਰਮਾਤਮਾ ਨੂੰ ਸ਼ਾਇਦ ਉਹਨਾਂ ਕਾਤਲਾਂ ਦਾ ਦਾਨ ਜਿਹੜਾ ਮਨਜ਼ੂਰ ਨਹੀਂ ਹੈ। ਔਰ ਇਹ ਗੱਲ ਸਾਹਮਣੇ ਆ ਗਈ ਕਿ ਜਦੋਂ ਕੋਵਿਡ ਕੇਅਰ ਸੈਂਟਰ ਬਣਾਉਣ ਵਾਸਤੇ 2 ਕਰੋੜ ਰੁਪਈਆ ਲੈ ਕੇ ਅਮਿਤਾਭ ਬੱਚਨ ਦੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਤਾਰੀਫਾਂ ਦੇ ਪੁਲ ਬੰਨੇ ਗਏ ਔਰ ਉਸ 'ਤੇ ਵਿਵਾਦ ਸ਼ੁਰੂ ਹੋਇਆ, ਤਾਂ ਜਾ ਕੇ ਕਿਤੇ ਅਮਿਤਾਭ ਬੱਚਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਆਪਣੇ ਬਲੌਗ ਦੇ ਉੱਤੇ ਲਿਖ ਕੇ ਕਿ ਮੈਂ ਇਸ ਤੋਂ ਪਹਿਲੇ ਵੀ 10 ਕਰੋੜ ਰੁਪਏ ਦਾ ਦਾਨ ਦਿੱਲੀ ਕਮੇਟੀ ਨੂੰ ਦੇ ਚੁੱਕਿਆ। ਸ਼ਰਮ ਆਉਂਦੀ ਹੈ ਇਸ ਗੱਲ ਕਹਿਣ ਦੇ ਵਿੱਚ ਕਿ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਕੰਮ ਕੀਤਾ। ਔਰ ਜੇ ਮੈਂ ਕਹਾਂ ਕਿ 22 ਲਾ ਦੀਆਂ ਧੱਜੀਆਂ ਰਾਤੀਆਂ ਇਸ ਪ੍ਰਧਾਨ ਨੇ, ਇਸ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਵਿੱਚ ਬਹੁਤ ਸਾਰੇ ਪ੍ਰਧਾਨਾਂ ਨੇ ਕੰਮ ਕੀਤਾ, ਲੇਕਿਨ ਉਹਨਾਂ ਨੇ ਕਦੇ ਵੀ ਜਿਹੜਾ ਸੰਵਿਧਾਨ ਹੈ, ਸੰਵਿਧਾਨ ਦੀਆਂ ਧੱਜੀਆਂ ਨਹੀਂ ਉਡਾਈਆਂ। ਅੱਜ ਮੈਨੂੰ ਇਹ ਗੱਲ ਕਹਿੰਦੇ ਹੋਏ ਦੁੱਖ ਮਹਿਸੂਸ ਹੋ ਰਿਹਾ ਕਿ ਐਗਜ਼ੈਕਟਿਵ ਬਾਡੀ ਜਿਹੜੀ ਹੈ ਉਹਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਗਈ। ਕੋਈ ਮਸਲਾ ਐਗਜ਼ੈਕਟਿਵ ਬਾਡੀ ਦੇ ਵਿੱਚ ਡਿਸਕਸ ਹੀ ਨਹੀਂ ਕੀਤਾ ਜਾਂਦਾ, ਕੋਈ ਜਨਰਲ ਹਾਊਸ ਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਗਈ। ਜਿਹੜੇ ਕੰਮ ਨੂੰ ਸੰਵਿਧਾਨ ਦੇ ਅਨੁਸਾਰ ਕਰਨਾ ਚਾਹੀਦਾ, ਇਹਨੂੰ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਤਰੀਕੇ ਜਿਹੜੇ ਮਨਜਿੰਦਰ ਸਿੰਘ ਸਿਰਸਾ ਚਲਾ ਰਹੇ ਹੈ। ਔਰ ਜਿੱਥੋਂ ਤੱਕ ਮੈਂ ਤੁਹਾਨੂੰ ਕਹਾਂ, ਕਿਸੇ ਮੈਂਬਰ ਨੂੰ ਕਿਸੇ ਗੱਲ ਦੀ ਜਾਣਕਾਰੀ ਹੋਏ ਨਹੀਂ। ਨਾ ਅਮਿਤਾਭ ਬੱਚਨ ਦਾ ਜਿਹੜਾ ਪੈਸਾ MRI ਮਸ਼ੀਨਾਂ ਵਾਸਤੇ ਆਇਆ, ਉਹ ਕੋਈ ਰਾਤੋਂ ਰਾਤ ਨਹੀਂ ਆ ਗਿਆ। ਚਿੱਟਾ ਝੂਠ ਮਨਜਿੰਦਰ ਸਿੰਘ ਸਿਰਸਾ ਸੰਗਤ ਦੇ ਨਾਲ ਔਰ ਮੈਂਬਰਾਂ ਦੇ ਨਾਲ ਬੋਲਦੇ ਪਏ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਕਹਾਣ ਉਹਨਾਂ ਨੇ ਸਿੱਖ ਕੌਮ ਦੇ ਵਿੱਚ ਇੱਕ ਭਰਾ ਮਾਰੂ ਜੰਗ ਕਰਾਉਣ ਦਾ ਜਿਹੜਾ ਛੜਯੰਤਰ ਰਚ ਰਹੇ ਆਪਣੇ ਸਪੋਰਟਰ ਮੈਂਬਰਾਂ ਦੇ ਕੋਲੋਂ ਇੱਕ ਵੀਡੀਓ ਪਾ ਕੇ ਇਸ ਗੱਲ ਦੀ ਤਾਰੀਫ ਕਰਨੀ ਸ਼ੁਰੂ ਕੀਤੀ ਹੈ ਕਿ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ। ਮੈਂ ਪੁੱਛਣਾ ਚਾਹੁੰਦਾ, ਜੇ ਬੁਰਾਈ ਨਹੀਂ ਹੈ ਇਸ ਕੰਮ ਦੇ ਵਿੱਚ, ਫਿਰ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਸਿੱਖਾਂ ਦੀ ਸਰਮੋਰ ਜਥੇਬੰਦੀ ਹੈ, ਫਿਰ ਬੀਬੀ ਜੀ ਨੇ ਤੁਹਾਡੇ ਇਸ ਕੰਮ ਦੀ ਨਿੰਦਾ ਕਿਉਂ ਕੀਤੀ? ਬੀਬੀ ਜੀ ਨੇ ਫਿਰ ਤੁਹਾਡੇ ਤੇ ਸਵਾਲ ਕਿਉਂ ਖੜੇ ਕੀਤੇ? ਸੋ ਮੈਂ ਸਮਝਦਾ ਕਿ ਇਸ ਕੰਮ ਨੂੰ ਕਰਕੇ ਜਿੱਥੇ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਕੌਮ ਦਾ ਜਿਹੜਾ ਸਿਰ ਨੀਵਾਂ ਕੀਤਾ, ਉੱਥੇ ਨਾਲ ਹੀ ਉਹਨਾਂ ਨੇ ਧਰੋ ਕਮਾਇਆ ਆਪਣੇ ਮੈਂਬਰਾਂ ਦੇ ਨਾਲ, ਜਿਨ੍ਹਾਂ ਨੇ ਇਸ ਗੱਲ ਨੂੰ, ਇਸ ਏਜੰਡੇ ਨੂੰ ਛੁਪਾਇਆ। ਇਹ ਤਾਂ ਇਲੈਕਸ਼ਨ ਦੇ ਵਿੱਚ ਅਮਿਤਾਭ ਬੱਚਨ ਦੇ ਕੋਲੋਂ ਜਿਹੜਾ ਪੈਸਾ ਆਇਆ ਉਹਦਾ ਬਹੁਤ ਵੱਡਾ ਇੱਕ ਲਾਹਾ ਲੈਣਾ ਚਾਹੁੰਦੇ ਸੀ, ਲੇਕਿਨ ਪ੍ਰਮਾਤਮਾ ਨੇ ਜੋ ਹੈ ਉਹ ਇਹਨਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਬਾਦਲ ਵੀ ਚੁੱਪੀ ਧਾਰਨ ਕਰਕੇ ਬੈਠੇ, ਔਰ ਬਲਕਿ ਜੇ ਮੈਂ ਗੱਲ ਕਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਜਿਨ੍ਹਾਂ ਨੂੰ ਕਿ ਇਸ ਮੁੱਦੇ ਦੇ ਉੱਤੇ ਤੁਰੰਤ ਇਨੀਸ਼ੀਏਟਿਵ ਲੈਣਾ ਚਾਹੀਦਾ ਸੀਗਾ। ਪੂਰੀ ਸਿੱਖ ਕੌਮ ਉਹਨਾਂ ਦੇ ਵੱਲ ਨਜ਼ਰਾਂ ਲਗਾ ਕੇ ਦੇਖ ਰਹੀ ਹੈ ਕਿ ਇਸ ਮੁੱਦੇ ਦੇ ਉੱਤੇ ਜਿਹੜੇ ਸਿੰਘ ਸਾਹਿਬ ਕੋਈ ਨਾ ਕੋਈ ਕੌਮ ਨੂੰ ਸੇਧ ਦੇਣ, ਲੇਕਿਨ ਹੈਰਾਨੀ ਇਸ ਗੱਲ ਦੀ ਕਿ ਜਿਵੇਂ ਰਾਮ ਰਹੀਮ ਨੂੰ ਮਾਫ ਕਰਕੇ ਚੁੱਪੀ ਧਾਰਨ ਕੀਤੀ ਹੋਈ ਸੀਗੀ, ਵੱਡੇ ਵੱਡੇ ਇਸ਼ਤਿਹਾਰ ਦਿੱਤੇ ਗਏ ਸੀਗੇ ਤਾਰੀਫਾਂ ਦੇ ਵਿੱਚ, ਉਸੇ ਤਰੀਕੇ ਦੀ ਚੁੱਪੀ ਜਿਹੜੀ ਹੈ ਇਸ ਮਾਮਲੇ ਦੇ ਉੱਤੇ ਵੀ ਸਾਧੀ ਹੋਈ ਹੈ। ਔਰ ਅਸੀਂ ਨਹੀਂ ਇਕੱਲੇ, ਪੂਰੇ ਵਿਸ਼ਵ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਇਸ ਗੱਲ ਦੀ ਮੰਗ ਕੀਤੀ ਹੈ ਕਿ ਇਹਦੇ ਉੱਤੇ ਉਹ ਆਪਣਾ ਜਿਹੜਾ ਰਾਏ ਦੇਣ, ਔਰ ਜਿਹੜੇ ਮੁਲਜ਼ਮ ਹੈਗੇ ਜਿਨ੍ਹਾਂ ਨੇ ਬੱਜਰ ਗੁਨਾਹ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ। ਸੁਖਬੀਰ ਸਿੰਘ ਬਾਦਲ ਦੇ ਨਾਲੋਂ ਮੈਂ ਸਮਝਦਾ ਕਿ ਜਿਹੜੀ ਸਾਡੀ ਸਿਰਮੌਰ ਜਥੇਬੰਦੀ ਹੈ ਸਿੱਖਾਂ ਦੀ, ਸ਼੍ਰੀ ਅਕਾਲ ਤਖਤ ਸਾਹਿਬ, ਜਿਹਦੇ ਵੱਲ ਹਰ ਸਿੱਖ ਜਿਹੜਾ ਨਤਮਸਤਕ ਹੁੰਦਾ, ਔਰ ਉਧਰ ਬੜੇ ਸਤਿਕਾਰ ਦੇ ਨਾਲ ਉਸ ਆਪਣੀ ਜਿਹੜੇ ਮਹਾਨ ਜਿਹੜੀ ਸਾਡੀ ਸ਼ਖਸੀਅਤ ਹੈ ਅਕਾਲ ਤਖਤ ਦੇ ਜਥੇਦਾਰ ਸਾਹਿਬ, ਉਹਦੇ ਵੱਲ ਦੇਖਦੇ ਹਾਂ। ਸੋ ਮੈਂ ਸਮਝਦਾ ਉਸ ਤੋਂ ਵੱਡੀ ਕੋਈ ਗੱਲ ਨਹੀਂ ਹੈ। ਸੁਖਬੀਰ ਸਿੰਘ ਬਾਦਲ ਹਣੀ ਤਾਂ ਜਿਹੜੇ ਉਹਨਾਂ ਦੇ ਪੈਰੋਕਾਰ ਹੈਗੇ ਆ, ਉਹ ਤਾਂ ਖੁਦ ਆਪ ਇਨਵੋਲਵ ਹੁੰਦੇ ਇਹਨਾਂ ਮਸਲਿਆਂ ਦੇ ਵਿੱਚ, ਉਹ ਆਪ ਖੁਦ ਕਹਿ ਕੇ ਕਰਵਾਉਂਦੇ ਆ। ਜਿਵੇਂ ਰਾਮ ਰਹੀਮ ਦੀ ਮਾਫੀ ਦਾ ਮਾਮਲਾ ਹੈ, ਉਹ ਕੋਈ ਮਾਮਲਾ ਜਿਹੜਾ ਕਿਸੇ ਤੋਂ ਛੁਪਿਆ ਨਹੀਂ ਹੈ ਕਿ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਦਾ ਪੂਰਾ ਹੱਥ ਰਿਹਾ ਹੈ ਉਸ ਮਾਫੀਨਾਮੇ ਦੇ ਵਿੱਚ। ਸੋ ਉਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਅਗਰ ਮੈਨੂੰ ਪਦ ਦੀ ਲਾਲਸਾ ਹੁੰਦੀ ਤਾਂ ਮੈਂ ਅੱਜ ਤੋਂ 8 ਮਹੀਨੇ ਪਹਿਲੇ ਮੀਤ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਨਾ ਦਿੰਦਾ। ਉਸ ਤੋਂ ਇਲਾਵਾ ਵੀ ਮੇਰੇ ਕੋਲ ਦਿੱਲੀ ਕਮੇਟੀ ਦੇ ਹੋਰ ਕਈ ਪਦ ਸੀਗੇ, ਲੇਕਿਨ ਮੈਂ ਅਗਰ ਇਸ ਵਿਰੋਧ ਦੇ ਵਿੱਚ ਅਸਤੀਫਾ ਦਿੱਤਾ, ਉਹਦੇ ਪਿੱਛੇ ਇੱਕੋ ਹੀ ਕਾਰਨ ਸੀ ਕਿ ਜਿਹੜੀ ਹਾਈ ਕਮਾਨ ਹੈ ਉਹਨੂੰ ਬਾਰ-ਬਾਰ ਅਸੀਂ ਮਰਿਆਦਾ ਜਿਹੜੀ ਹੈ ਸਿੱਖ ਕੌਮ ਦੇ ਵਿੱਚ, ਕਮੇਟੀ ਦੇ ਵਿੱਚ ਕਿਹਨਾਂ ਪਰੰਪਰਾਵਾਂ ਨੂੰ ਲੈ ਕੇ ਕੰਮ ਕਰਨਾ ਚਾਹੀਦਾ। ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਮੇਟੀ ਦੇ ਵਿੱਚ, ਫਿਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਕੋਲ ਵੀ ਅਸੀਂ ਇਹ ਗੱਲਾਂ ਰੱਖੀਆਂ, ਲੇਕਿਨ ਕਿਸੇ ਨੇ ਵੀ ਇਹਨਾਂ ਗੱਲਾਂ ਦੇ ਵੱਲ ਤਵੱਜੋ ਨਹੀਂ ਦਿੱਤੀ। ਜਿਹੜਾ ਕਾਰਨ ਹੈ ਮੁੱਖ ਰੂਪ ਦੇ ਵਿੱਚ ਪਾਰਟੀ ਤੋਂ ਪਾਸੇ ਹੋਣ ਦਾ, ਉਹ ਇਹੀ ਕਾਰਨ ਹੈ। ਮੈਂ ਸਮਝਦਾ ਕਿ ਹਲੇ 2 ਕਰੋੜ ਦਾ ਜਿਹੜਾ ਮਸਲਾ ਉਹ ਤਾਂ ਠੰਡਾ ਨਹੀਂ ਹੋਇਆ, ਉਹ ਭਾਂਬੜ ਬਲਿਆ ਪਿਆ ਹੈ। ਔਰ ਇੱਕ ਨਵਾਂ ਕਾਰਨਾਮਾ ਦਿੱਲੀ ਕਮੇਟੀ ਦੇ ਇਹਨਾਂ ਅਖੌਤੀ ਲੀਡਰਾਂ ਦੇ ਵੱਲੋਂ ਜਿਹੜੀ ਸਿੱਖ ਪਰੰਪਰਾ ਹੈਗੀ ਹੈ, ਜੋ ਸਿੱਖਾਂ ਦੇ ਵਿੱਚ ਗੁਰੂ ਸਾਹਿਬ ਨੇ ਦਸਵੰਧ ਦਾ ਇੱਕ ਫਲਸਫਾ ਦਿੱਤਾ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਗੁਰਧਾਮਾਂ ਦੇ ਵਿੱਚ ਲੰਗਰਾਂ ਦੀ ਸੇਵਾ ਅਤੇ ਹੋਰ ਸੇਵਾਵਾਂ ਕੀਤੀਆਂ ਜਾਣ। ਇਹਨਾਂ ਲੋਕਾਂ ਨੇ ਇਹਨਾਂ ਸਾਰੀਆਂ ਪਰੰਪਰਾਵਾਂ ਦਾ ਘਾਣ ਕਰ ਦਿੱਤਾ। ਨਾ ਕਿਸੇ ਐਗਜ਼ੈਕਟਿਵ ਦੀ ਮਨਜ਼ੂਰੀ, ਨਾ ਕਿਸੇ ਜਨਰਲ ਹਾਊਸ ਦੀ ਮਨਜ਼ੂਰੀ, ਬਲਕਿ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਅੱਜ ਸਿੱਖ ਸਿਧਾਂਤ ਜਿਹੜਾ ਹੈਗਾ, ਸਿੱਖ ਸਿਧਾਂਤ ਸੇਵਾ ਦਾ ਜਿਹੜਾ ਸਿਧਾਂਤ ਹੈਗਾ, ਉਸ ਸਿਧਾਂਤ ਨੂੰ ਐਡੀ ਵੱਡੀ ਢਾਲ ਆਈ ਹੈ ਕਿ ਅੱਜ ਸਿੱਖ ਜਿਹੜੇ ਹੈ ਏਜੰਸੀਆਂ ਦੇ ਰਾਹੀਂ ਪੈਸਾ ਇਕੱਠਾ ਕਰਕੇ ਜਿਹੜੀ ਹੈ ਸਿੱਖ ਕੌਮ ਜਿਹੜੀ ਸੇਵਾ ਕਰੂਗੀ ਲੰਗਰਾਂ ਦੀ ਜਾਂ ਹੋਰ ਸੇਵਾਵਾਂ ਕਰੂਗੀ। ਮੈਂ ਸਮਝਦਾ ਕਿ ਇਸ ਤੋਂ ਘਟੀਆ ਕ੍ਰਿਤ ਘਣ ਲੋਕ ਜਿਹੜੇ ਹੈਗੇ ਆ, ਜਿਨ੍ਹਾਂ ਨੂੰ ਕਿਸੇ ਪਰੰਪਰਾਵਾਂ ਦਾ ਪਤਾ ਨਹੀਂ ਹੈ, ਜਿਨ੍ਹਾਂ ਨੂੰ ਸਿੱਖੀ ਸਿਧਾਂਤ ਦਾ ਪਤਾ ਨਹੀਂ ਹੈ, ਉਹ ਲੋਕ ਸਿਰਫ ਕੇਵਲ ਤੇ ਕੇਵਲ ਆਪਣੇ ਚਿਹਰੇ ਚਮਕਾਉਣ ਵਾਸਤੇ ਇਸ ਤਰੀਕੇ ਦੇ ਕਾਰਨਾਮੇ ਕਰਦੇ ਪਏ ਆ, ਜਿਹਦੇ ਨਾਲ ਸਿੱਖ ਕੌਮ ਦਾ ਜਿਹੜਾ ਸਿਰ ਹੈ ਉਹ ਅੱਜ ਸ਼ਰਮ ਦੇ ਨਾਲ ਨੀਵਾਂ ਹੋ ਗਿਆ। ਇਸ ਗੱਲ ਦੇ ਉੱਤੇ ਹੈਰਾਨੀ ਹੋ ਰਹੀ ਹੈ ਕਿ ਇੱਕ ਮੁੱਖ ਅਹੁਦੇ ਤੇ ਬੈਠਾ ਹੋਇਆ ਪ੍ਰਧਾਨ ਜਾਂ ਸਕੱਤਰ ਜਿਹੜਾ ਹੈ, ਉਹ ਜਦੋਂ ਇਹ ਗੱਲ ਕਹਿੰਦਾ ਕਿ ਅਸੀਂ ਇਹਨੂੰ ਇਸ ਜਰੀਏ ਏਜੰਸੀਆਂ ਦੇ ਜਰੀਏ ਪੈਸਾ ਇਕੱਠਾ ਕਰਕੇ ਇਹਨੂੰ ਇੰਟਰਨੈਸ਼ਨਲ ਸੰਸਥਾ ਬਣਾਉਣਾ ਚਾਹੁੰਦੇ ਆ। ਔਰ ਜੇ ਮੈਂ ਅੱਜ ਤੁਹਾਡੇ ਕੈਮਰੇ ਤੇ ਇੱਕ ਗੱਲ ਕਹਿਣੀ ਚਾਹੁੰਦਾ, ਦਿੱਲੀ ਕਮੇਟੀ ਦਾ ਫਾਈਨੈਂਸ਼ੀਅਲ ਕ੍ਰਾਈਸਿਸ ਔਰ ਦਿੱਲੀ ਕਮੇਟੀ ਦਾ ਜੋ ਹਾਲ ਹੋਇਆ ਪਿਛਲੇ ਦਿਨਾਂ ਦੇ ਵਿੱਚ, ਉਹਦੇ ਪਿੱਛੇ ਇਹੀ ਲੋਕ, ਇਸੇ ਸੋਚ ਦੇ ਲੋਕ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੋਟਾ ਕਰਨ ਵਾਸਤੇ, ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਦਿੱਲੀ ਕਮੇਟੀ ਦੀ ਹੱਦ ਤੋਂ ਬਾਹਰ ਜਾ ਕੇ ਆਪਣੀਆਂ ਜਿਹੜੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ, ਔਰ ਤਾਂ ਕਿ ਉਸ ਸੰਸਥਾ ਨੂੰ ਅਸੀਂ ਨੀਵਾਂ ਦਿਖਾ ਸਕੀਏ। ਔਰ ਜੇ ਮੈਂ ਦੂਜੀ ਗੱਲ ਕਹਾਂ, ਖਾਲਸਾ ਏਡ ਜਿਹੜੀ ਹੈ, ਕਿਉਂਕਿ ਹਰਮੀਤ ਸਿੰਘ ਕਾਲਕਾ ਨੇ ਖਾਲਸਾ ਏਡ ਦੀ ਗੱਲ ਕੀਤੀ ਹੈ ਕਿ ਉਹ ਵੀ ਇਸ ਤਰੀਕੇ ਦੇ ਫੰਡ ਇਕੱਠੇ ਕਰਦੀ ਹੈ। ਖਾਲਸਾ ਏਡ ਜਿਹੜੀ ਹੈਗੀ ਆ, ਉਹ ਇੱਕ NGO ਹੈਗੀ ਆ। ਦਿੱਲੀ ਕਮੇਟੀ ਔਰ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਰਮੋਰ ਸੰਸਥਾ,
ਜਿਹੜਾ ਉਹ ਆਪਾਂ ਇੱਕ ਗੁਰੂ ਘਰ ਦੇ ਨਾਲ ਜੋੜ ਕੇ ਜਾਂ ਗੁਰੂ ਘਰ ਦੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਉਹਦੇ ਪ੍ਰਬੰਧ ਦੀ ਜ਼ਿੰਮੇਵਾਰੀ ਹੈਗੀ। ਸੋ ਉਹਨਾਂ ਦੀ ਸੋਚ ਦਾ ਇੱਥੋਂ ਹੀ ਪ੍ਰਗਟਾਵਾ ਹੋ ਜਾਂਦਾ ਕਿ ਇੰਟਰਨੈਸ਼ਨਲ ਬਣਾਉਣ ਵਾਸਤੇ ਜੇ ਉਹਨਾਂ ਨੂੰ ਦਰ ਜਿਹੜੇ ਕਾਊਂਟਰ ਵੀ ਖੋਲ੍ਹਣੇ ਪੈਣਗੇ ਕਿ ਇਹ ਸਾਡੇ ਆ ਸੇਵਾਵਾਂ ਚਲਾਉਣ ਵਾਸਤੇ ਤੁਸੀਂ ਸਾਨੂੰ ਦਾਨ ਦਿਓ, ਤਾਂ ਉਹ ਇਸ ਗੱਲ ਤੋਂ ਵੀ ਸੰਕੋਚ ਨਹੀਂ ਕਰਨਗੇ। ਇਹ ਮੈਨੂੰ ਕਹਿਣ ਦੀ ਲੋੜ ਨਹੀਂ, ਉਹਨਾਂ ਨੇ ਖੁਦ ਹੀ ਇਸ ਗੱਲ ਨੂੰ ਐਡਮਿਟ ਕਰ ਲਿਆ। ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ, ਸਿੱਖ ਸਿਧਾਂਤ ਦੇ ਵਿੱਚ, ਗੁਰੂ ਸਾਹਿਬਾਨ ਦੇ ਫਲਸਫੇ ਦੇ ਵਿੱਚ ਕਿਸੇ ਤਰੀਕੇ ਜਿਹੜਾ ਕਨਸੈਪਟ ਹੈ ਉਹ ਕੇਵਲ ਦਸਵੰਧ ਦਾ ਕਨਸੈਪਟ ਹੈਗਾ। ਉਹਦੇ ਵਿੱਚ ਇਸ ਤਰੀਕੇ ਦੀਆਂ ਦੁਕਾਨਾਂ ਲਗਾ ਕੇ ਸਿੱਖ ਕੌਮ ਨੂੰ ਇੱਕ ਮੰਗਤਿਆਂ ਦੇ ਰੂਪ ਦੇ ਵਿੱਚ ਪੇਸ਼ ਕਰਨ ਦੀ ਜਿਹੜੀ ਕਿਤੇ ਵੀ ਕੋਈ ਪਰੰਪਰਾ ਨਾ ਹੈਗੀ ਸੀ, ਨਾ ਆਉਣ ਵਾਲੇ ਟਾਈਮ ਦੇ ਵਿੱਚ ਹੋਏਗੀ। ਲੇਕਿਨ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਔਰ ਇਹਨਾਂ ਨੂੰ ਇਸ ਗੱਲ ਦੀ ਸਜ਼ਾ ਜਿਹੜੀ ਹੈ ਭੁਗਤਣੀ ਪਊਗੀ। ਇੱਕੋ ਹੀ ਹੈ ਕਿ ਕਿਸੇ ਤਰੀਕੇ ਪੈਸੇ ਇਕੱਠੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੋਟਾ ਕਰਕੇ ਦਿਖਾਣਾ। ਔਰ ਜੇ ਮੈਂ ਤੁਹਾਨੂੰ ਕਹਾਂ ਕਿ ਖਾਲਸਾ ਏਡ ਦੀ ਗੱਲ ਕਰਦੇ ਆ, ਖਾਲਸਾ ਏਡ ਨੂੰ ਛੋਟਾ ਦਿਖਾਉਣ ਵਾਸਤੇ ਦਿੱਲੀ ਕਮੇਟੀ ਨੇ ਆਪਣੇ ਮੁਲਾਜ਼ਮਾਂ ਨੂੰ ਵਰਦੀਆਂ ਪਵਾ ਕੇ ਇੱਕ ਖਾਲਸਾ ਕੇਅਰ ਵੀ ਬਣਾਈ ਸੀ 2 ਸਾਲ ਪਹਿਲੇ। ਲੇਕਿਨ ਉਹ ਖਾਲਸਾ ਕੇਅਰ ਜਿਹੜੀ ਹੈ ਟਾਈਮ ਫਿਸ ਜਿਹੜੀ ਹੈ 4 ਮਹੀਨੇ ਬਾਅਦ ਹੋ ਗਈ, ਕਿਉਂਕਿ ਉਹਦੇ ਵਿੱਚ ਕੋਈ ਵੀ ਜਿਹੜਾ ਵਲੰਟੀਅਰ ਜਿਹੜਾ ਫ੍ਰੀ ਸੇਵਾ ਵਾਲਾ ਨਹੀਂ ਸੀਗਾ। ਪੇਡ EMPLOYEES ਨੂੰ ਵਰਦੀਆਂ ਪਵਾ ਕੇ ਉਹਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਈਰਖਾ ਦੀ ਰਾਜਨੀਤੀ ਔਰ ਆਪਣੇ ਚਿਹਰੇ ਜਿਹੜੇ ਆ ਉਹ ਵੱਡੇ ਕਰਕੇ ਦਿਖਾਉਣ ਦੀ ਰਾਜਨੀਤੀ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਧਾਂਤ ਨੂੰ ਜਿਹੜੀ ਢਾਲ ਆਈ ਹੈ, ਸਿੱਖੀ ਦੇ ਸਿਧਾਂਤ ਨੂੰ ਢਾਲ ਆਈ ਹੈ। ਉਸ ਦੇ ਦੋਸ਼ੀ ਜਿਹੜੇ ਹੈਗੇ ਮੁੱਖ ਰੂਪ 'ਚ ਇਹ ਦੋਨੋਂ ਬੰਦੇ ਹੈਗੇ ਆ। ਕੌਮ ਦੇ ਵਿੱਚ ਜਿਹੜੀ ਦਸਵੰਧ ਦੀ ਪਰੰਪਰਾ ਹੈਗੀ ਆ, ਬਹੁਤ ਸਾਰੇ ਜਿਹੜੇ ਸਾਡੇ ਕੌਮ ਦੇ ਜਿਹੜੇ ਸਰਮਾਏਦਾਰ ਲੋਕ ਹੈਗੇ ਆ, ਜਿਨ੍ਹਾਂ ਦੇ ਬਹੁਤ ਵੱਡੇ ਵੱਡੇ ਵਪਾਰ ਹੈਗੇ ਆ, ਉਹਨਾਂ ਲੋਕਾਂ ਨੇ ਕਦੇ ਵੀ ਗੁਰੂ ਸਾਹਿਬ ਦੇ ਵਿੱਚ ਕਰੋੜਾਂ ਰੁਪਈਆ ਦਾਨ ਦੇ ਕੇ ਕਿਤੇ ਆਪਣੇ ਨਾਂ ਦੀ ਅਰਦਾਸ ਤੱਕ ਨਹੀਂ ਕਰਾਈ। ਉਹਨਾਂ ਨੇ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ। ਲੇਕਿਨ ਅਮਿਤਾਭ ਬੱਚਨ ਕਿਉਂਕਿ 1984 ਦੇ ਵਿੱਚ ਗੁਨਾਹਗਾਰ ਹੈ, ਖੂਨ ਕਾ ਬਦਲਾ ਖੂਨ ਦਾ ਨਾਰਾ ਦੇ ਕੇ ਉਸ ਦੇ ਉੱਤੇ ਪਹਿਲੇ ਵੀ ਸਿੱਖ ਕੌਮ ਨੇ ਇਤਰਾਜ਼ ਕੀਤਾ ਜਦੋਂ ਵਿਰਾਸਤ-ਏ-ਖਾਲਸਾ ਦੇ ਵਿੱਚ ਉਹਨੂੰ ਬੁਲਾਉਣ ਦੀ ਗੱਲ ਕੀਤੀ ਗਈ। ਔਰ ਇਹ ਕਿਤੇ ਨਾ ਕਿਤੇ ਇੱਕ ਛੜਯੰਤਰ ਜੋ ਰਾਮ ਰਹੀਮ ਨੂੰ ਮਾਫੀ ਦੇਣ ਦਾ ਕੀਤਾ ਗਿਆ ਸੀ, ਉਸੇ ਤਰੀਕੇ ਦਾ ਛੜਯੰਤਰ ਅਮਿਤਾਭ ਬੱਚਨ ਤੋਂ ਪੈਸਾ ਲੈ ਕੇ, ਕਿਉਂਕਿ 10 ਕਰੋੜ ਰੁਪਇਆ ਪਹਿਲੇ ਲਿਆ, ਉਹਨੂੰ ਛੁਪਾਇਆ ਗਿਆ, ਸਿੱਖ ਕੌਮ ਤੋਂ ਵੀ ਛੁਪਾਇਆ ਗਿਆ ਔਰ ਕਮੇਟੀ ਤੋਂ ਵੀ ਛੁਪਾਇਆ ਗਿਆ। ਔਰ ਜਦੋਂ 2 ਕਰੋੜ ਰੁਪਇਆ ਆਇਆ ਫਿਰ ਉਹਦਾ ਜੋ ਗੁਣਗਾਨ ਕੀਤਾ ਗਿਆ ਸੋਸ਼ਲ ਮੀਡੀਆ ਤੇ ਕਿ ਅਮਿਤਾਭ ਬੱਚਨ ਦੀਆਂ ਤਾਰੀਫਾਂ ਦੇ ਵਿੱਚ ਪੁਲ ਬੰਨੇ, ਔਰ ਸਿੱਖਾਂ ਨੇ ਉਹ ਬਰਦਾਸ਼ਤ ਨਹੀਂ ਕੀਤਾ। ਇਸ ਕਰਕੇ ਸਿੱਖਾਂ ਨੇ ਜਿਹੜਾ ਉਸ ਕਾਤਲ ਦਾ ਜਿਹੜਾ ਇਸ ਕਤਲੇਆਮ ਦੇ ਵਿੱਚ ਕਿਤੇ ਨਾ ਕਿਤੇ ਗੁਨਾਹਗਾਰ ਦੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਹੈ, ਜਿਹਨੇ ਖੂਨ ਕਾ ਬਦਲਾ ਖੂਨ ਕਹਿ ਕੇ ਸਿੱਖਾਂ ਦੇ ਕਤਲੇਆਮ ਕਰਨ ਵਾਲੇ ਲੋਕਾਂ ਨੂੰ ਉਕਸਾਇਆ। ਇਸ ਕਰਕੇ ਜਿਹੜੀ ਸਿੱਖ ਕੌਮ ਹੈ ਇਸ ਚੀਜ਼ ਦਾ ਵਿਰੋਧ, ਜਿਹੜੇ ਸਿੱਖ ਹੈ ਇਹ ਇੱਕ ਅਣਖੀ ਕੌਮ ਹੈਗੀ। ਸਿੱਖ ਕੌਮ ਕਦੇ ਵੀ ਇਸ ਕਾਤਲ ਬੰਦੇ ਦਾ ਜਾਂ ਕਾਤਲ ਦੀ ਸਾਜ਼ਿਸ਼ ਦੇ ਵਿੱਚ ਇਨਵੋਲਵ ਬੰਦੇ ਦਾ 2 ਕਰੋੜ ਰੁਪਈਏ ਤੇ ਕੀ, ਅਗਰ ਉਹ 20 ਕਰੋੜ ਰੁਪਈਏ ਦੀ ਵੀ ਗੱਲ ਕਰੇਗਾ, ਸਿੱਖ ਕੌਮ ਜਿਹੜੇ ਹੈ ਆਪਣੇ ਦਸਵੰਧ ਦੇ ਵਿੱਚੋਂ ਉਹਦਾ ਇਹ ਦਿੱਤਾ ਹੋਇਆ ਪੈਸਾ ਜਿਹੜਾ ਵਾਪਸ ਕਰ ਦੇਣਗੇ। ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ ਸਿਰਫ ਲੋਕ ਦੇਖ ਰਹੇ ਹੈ ਕਿ ਉਹ ਆਪਣਾ ਫੈਸਲਾ ਦੇਣ। ਔਰ ਸਿੱਖਾਂ ਦੇ ਵਿੱਚ ਸਿੱਖ ਅਣਖੀ ਵੀ ਹੈਗੇ ਆ, ਸਿੱਖ ਦਾਨੀ ਵੀ ਹੈਗੇ ਆ। ਸਿੱਖ ਇਕੱਲੇ 2 ਕਰੋੜ ਦੀ ਗੱਲ ਨਹੀਂ ਹੈ, ਸਿੱਖ ਅਗਰ ਕਿਤੇ 200 ਕਰੋੜ ਦੀ ਵੀ ਗੱਲ ਹੋਏਗੀ ਤੇ ਸਿੱਖਾਂ ਦੇ ਵਿੱਚ ਇੰਨੀ ਜੁਰਤ ਹੈਗੀ ਹੈ, ਜਜ਼ਬਾ ਹੈਗਾ ਕਿ ਉਹ ਆਪਣੀ ਕੌਮ ਦੀ ਅਣਖ ਦੇ ਪਿੱਛੇ ਇਹ ਕਾਤਲਾਂ ਦਾ ਰੁਪਈਆ ਵਾਪਸ ਕਰਨਗੇ।